ਦੋਸਤੋ ਅੱਜ ਮੈਂ ਤੁਹਾਡੇ ਨਾਲ ਕੁਝ ਅਹਿਮ ਵਿਚਾਰ ਕਰਨੇ ਨੇ। ਮੈਂ ਥੋੜੇ ਜਿਹਾ ਆਪਣੇ ਦੋਸਤ ਮਿੱਤਰ ਹੋਰ ਜੁੜ ਜਾਣ ਤਾਂ ਤੁਸੀਂ ਮੇਰਾ ਹੈਡਿੰਗ ਉਨੀ ਦੇਰ ਤੱਕ ਦੇਖ ਲਓ ਕਿ ਮੈਂ ਅੱਜ ਗੱਲ ਕਰਨੀ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਇਲੈਕਟਡ ਚੀਫ ਮਿਨਿਸਟਰ ਨੇ, ਇੱਕ ਜ਼ਿੰਮੇਵਾਰ ਵਿਅਕਤੀ ਨੇ ਇਸ ਭਾਰਤ ਦੇਸ਼ ਦੀ ਰਾਜਨੀਤੀ ਵਿੱਚ, ਔਰ ਲੋਕਪ੍ਰਿਯ ਵੀ ਨੇ, ਲੋਕ ਉਹਨਾਂ ਨੂੰ ਫੋਲੋ ਵੀ ਕਰਦੇ ਨੇ। ਪਰ ਮੈਂ ਅੱਜ ਆਪਣੇ ਇਸ ਲਾਈਵ ਰਾਹੀਂ ਕਿੱਦਾਂ ਇੱਕ ਉੱਚ ਅਹੁਦਿਆਂ ਤੇ ਬੈਠੇ ਲੀਡਰ ਆਮ ਜਨਤਾ ਨੂੰ ਕਿੱਦਾਂ ਮੂਰਖ ਬਣਾ ਸਕਦੇ ਨੇ, ਮੈਂ ਜੋ ਗੱਲ ਕਰਨ ਲੱਗਿਆ ਬਿਲਕੁਲ ਤੱਥ ਤੇ ਜਾਊਂਗਾ, ਬਿਲਕੁਲ ਇੱਕ ਵੀ ਗੱਲ ਗਲਤ ਨਹੀਂ ਕਰੂੰਗਾ। ਔਰ ਕੇਜਰੀਵਾਲ ਸਾਹਿਬ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਵਾ। ਉਹ ਸਮਝ ਲੈਣ ਕਿ ਮੈਂ ਜਿਹੜੀ ਗੱਲ ਮੈਨੂੰ ਪੁੱਛੀ ਗਈ ਆ ਇਹ ਮੈਂ ਕਿਤੇ ਗਲਤ ਤਾਂ ਨਹੀਂ ਕਹਿ ਬੈਠਾ। ਅਗਰ ਉਹ ਉਦਾਂ ਹੀ ਜਿੱਦਾਂ ਕਹਿੰਦੇ ਕਿ ਇੱਕ ਪੋਪੂਲਰ ਸਟੇਟਮੈਂਟ ਦੇ ਕੇ ਜਿੱਦਾਂ ਗੈਲਰੀ ਨੂੰ ਖੇਡ ਗਏ ਨੇ, ਉਹ ਉਹਨਾਂ ਦੀ ਮਰਜ਼ੀ ਆ। ਪਰ ਮੈਂ ਅੱਜ ਉਹਨਾਂ ਦੇ ਵੱਲੋਂ ਕੀਤੇ ਗਏ ਜਿਹੜੇ ਔਨ ਕੈਮਰਾ ਕਮਿਟਮੈਂਟਸ ਆ ਉਹਦੇ ਤੇ ਗੱਲ ਕਰਨੀ। ਤੁਹਾਨੂੰ ਯਾਦ ਹੋਣਾ ਇਲੈਕਸ਼ਨ ਤੋਂ ਪਹਿਲਾਂ ਜਦੋਂ ਉਹਨਾਂ ਨੇ ਆਪਣੀਆਂ ਸ਼ਾਇਦ 4 ਗਾਰੰਟੀਜ਼ ਦਿੱਤੀਆਂ ਤਾਂ ਮੀਡੀਆ ਨੇ ਇੱਕ ਬੜੇ ਵੱਡੇ ਇੰਟਰੈਕਸ਼ਨ ਦੇ ਵਿੱਚ ਭਗਵੰਤ ਮਾਨ ਵੀ ਲਾਗੇ ਬੈਠੇ ਸੀਗੇ ਤੇ ਅਰਵਿੰਦ ਕੇਜਰੀਵਾਲ ਵੀ ਸੀਗੇ। ਉਹਨਾਂ ਨੇ ਮੀਡੀਆ ਨੇ ਪੁੱਛਿਆ ਜੀ ਕਿ ਤੁਸੀਂ ਜਿਹੜੀਆਂ ਗਾਰੰਟੀਜ਼ ਦੇਣ ਲੱਗੇ ਹੋ 4, ਇਹਦੇ ਵਾਸਤੇ ਪੈਸੇ ਦਾ ਪ੍ਰਬੰਧ ਤੁਸੀਂ ਕਿੱਥੋਂ ਕਰੋਗੇ? ਤਾਂ ਉਹਨਾਂ ਨੇ 2 ਗੱਲਾਂ ਗਣਾਈਆਂ ਸਿਰਫ। ਉਹਨਾਂ ਨੇ ਬਾਕੀ ਕਿਹਾ ਛੱਡ ਦਿੰਨੇ ਹਲੇ ਅਸੀਂ। 2 ਗੱਲਾਂ ਉਹਨਾਂ ਨੇ ਗਣਾਈਆਂ। ਉਹਨਾਂ ਨੇ ਇੱਕ ਤਾਂ ਕਿਹਾ ਜੀ ਕਿ ਜਿਹੜਾ ਪੰਜਾਬ ਦੇ ਵਿੱਚ ਮਾਈਨਿੰਗ ਮਾਫੀਆ ਵਾ, ਜਿਹੜਾ ਰੇਤਾ ਬਜਰੀ ਦਾ ਪੈਸਾ ਲੁੱਟ ਰਿਹਾ, ਉਹ ਸਾਡੇ ਅੰਦਾਜ਼ੇ ਦੇ ਨਾਲ ਉਹ ਲਗਭਗ 20,000 ਕਰੋੜ ਰੁਪਇਆ ਲੁੱਟਿਆ ਜਾ ਰਿਹਾ ਵਾ। ਇਸ ਗੱਲ ਤੇ ਮੈਂ ਬਾਅਦ ਵਿੱਚ ਆਉਂਗਾ ਇਹਦੇ ਤੇ ਵੀ ਮੈਂ, ਹਾਲਾਂਕਿ ਇਹ ਵੀ ਤੱਥ ਉਹਨਾਂ ਦਾ ਸਰਾਸਰ ਗਲਤ ਆ। ਚਲੋ ਆਪਾਂ ਉਹਨਾਂ ਦੀ ਗੱਲ ਪਹਿਲਾਂ ਸੁਣ ਲਈਏ। ਉਹ ਕਹਿੰਦੇ ਜੀ 20,000 ਰੁਪਇਆ ਮੈਂ ਮਾਈਨਿੰਗ ਮਾਫੀਆ ਚੋਂ ਇਕੱਠਾ ਕਰੂੰਗਾ, ਖਜ਼ਾਨੇ ਦੇ ਵਿੱਚ ਪਾਊਂਗਾ। ਤੇ ਦੂਸਰਾ ਹੈਗਾ ਕਿ ਬਜਟ ਜਿਹੜਾ ਹੈ ਪੰਜਾਬ ਦਾ ਉਹ ਲਗਭਗ 1,70,000 ਕਰੋੜ ਰੁਪਏ ਦਾ ਸਾਲਾਨਾ ਬਜਟ ਹੁੰਦਾ। ਮਤਲਬ ਬਜਟ ਸਾਦੇ ਸ਼ਬਦਾਂ ਵਿੱਚ ਕਿ ਜੋ ਆਪਾਂ ਕੁੱਲ ਖਰਚਾ ਕਰਨਾ ਇੱਕ ਸਾਲ ਵਿੱਚ ਪੰਜਾਬ ਸਰਕਾਰ ਨੇ, ਉਹ 1,70,000 ਕਰੋੜ ਰੁਪਇਆ। ਮੈਂ ਵਰਡ ਟੂ ਵਰਡ ਕਹਿ ਰਿਹਾ ਉਹਨਾਂ ਦਾ। ਉਹ ਕਹਿੰਦੇ ਜੀ ਕਿ ਲੋਕ ਤਾਂ ਕਹਿੰਦੇ ਨੇ 50% ਕਰਪਸ਼ਨ ਹੈ ਬਜਟ ਦੇ ਵਿੱਚ, 40% ਵੀ ਕਹਿੰਦੇ ਨੇ। ਕਹਿੰਦੇ ਮੈਂ 20 ਪੈਸੇ ਮੰਨ ਕੇ ਚੱਲਦਾ, ਤਾਂ ਅਗਰ 20 ਪੈਸੇ ਕਰਪਸ਼ਨ ਹੋਈ ਤਾਂ 34,000 ਕਰੋੜ ਰੁਪਈਆ ਮੈਂ ਬਜਟ ਵਿੱਚੋਂ ਕੱਢ ਕੇ ਤੇ ਪੰਜਾਬ ਦੀਆਂ 4 ਗਰੰਟੀਆਂ ਪੂਰੀਆਂ ਕਰਨ ਵਾਸਤੇ, ਚਾਹੇ ਉਹ ਬਿਜਲੀ ਦੀ ਮੁਫਤ ਦੇਣ ਵਾਲੀ ਗੱਲ ਹੈ, ਚਾਹੇ ਉਹ ਔਰਤਾਂ ਨੂੰ 1,000 ਰੁਪਇਆ ਪ੍ਰਤੀ ਮਹੀਨਾ ਦੇਣਾ, ਜਾਂ ਜਿਹੜੇ ਰੋਜ਼ਗਾਰ ਵਗੈਰਾ ਦੀਆਂ ਹੋਰ ਗਾਰੰਟੀਜ਼ ਦਿੱਤੀਆਂ ਸੀਗੀਆਂ। ਹੁਣ ਦੋਸਤੋ ਆ ਮੇਰੇ ਸਾਹਮਣੇ, ਮੇਰੇ ਕੋਲ ਹੱਥ ਵਿੱਚ ਇਹ 2021-22 ਦਾ ਬਜਟ ਐਟ ਗਲਾਂਸ ਹੈ। ਮਤਲਬ ਕਿ ਇਹਦੇ 'ਚ ਛੋਟੇ ਸ਼ਬਦਾਂ ਸੰਖੇਪ ਦੇ ਵਿੱਚ ਇਹਦੇ 'ਚ ਬਜਟ ਵਿੱਚ ਸਾਰੀਆਂ ਡਿਟੇਲਸ ਨੇ। ਸ਼ਾਇਦ ਕੇਜਰੀਵਾਲ ਸਾਹਿਬ ਚੀਫ ਮਿਨਿਸਟਰ ਨੇ ਵੈਸੇ ਦਿੱਲੀ 'ਚ ਵੀ, ਉਹ ਭੁੱਲ ਗਏ ਕਿ ਬਹੁਤ ਵੱਡਾ ਹਿੱਸਾ ਬਜਟ ਦਾ ਜਿਹੜਾ ਹੈ ਉਹ ਕੇਵਲ ਤੇ ਕੇਵਲ ਜਿਹੜਾ ਕਮਿਟਡ ਐਕਸਪੈਂਡੀਚਰ ਹੁੰਦਾ। ਕਮਿਟਡ ਐਕਸਪੈਂਡੀਚਰ ਆ ਚਾਰਟ ਇੱਕ ਮੈਂ ਤੁਹਾਨੂੰ ਦਿਖਾਉਣ ਲੱਗਿਆ, ਆਰਾਮ ਨਾਲ ਦੇਖੋ, ਕੋਈ ਗੱਲ ਨਹੀਂ, ਆਪਾਂ ਨੂੰ ਕਾਹਲੀ ਕੋਈ ਨਹੀਂ ਗੀ। ਆ ਇੱਕ ਚਾਰਟ ਹੈ, ਇਹਦੇ ਥੋੜਾ ਤੁਸੀਂ ਕਰਿਓ। ਇਹਦੇ 'ਚ ਲਿਖਿਆ ਹੈ ਰੁਪਈਆ ਜਿਵੇਂ ਜਾਂਦਾ ਹੈ, ਰੁਪੀ ਗੋਜ਼ ਟੂ, ਕਿੱਥੇ ਕਿੱਥੇ ਪੈਸਾ ਖਰਚ ਹੋ ਰਿਹਾ ਵਾ। ਇਹ ਹੁਣ ਮੈਂ ਖਰਚ ਹੋਣ ਦਾ ਤੁਹਾਨੂੰ ਦੱਸ ਸਕਦਾ। ਇੱਕ ਤਾਂ ਉਹਨਾਂ ਨੇ ਸਭ ਤੋਂ ਵੱਡਾ ਉਹਨਾਂ ਨੇ ਆ ਕਿਹਾ ਵਾ ਕਿ ਇੱਕ ਇੰਟਰਸਟ ਪੇਮੈਂਟਸ ਜਾ ਰਹੀਆਂ ਨੇ ਬਜਟ ਵਿੱਚੋਂ 15% ਇੰਟਰਸਟ, ਮਤਲਬ ਜਿਹੜਾ ਵਿਆਜ ਦਿੰਦੇ ਨਾ ਆਪਾਂ ਕਰਜ਼ੇ ਦਾ, 15% ਬਜਟ ਦਾ, ਯਾਨੀ ਕਿ 20,316 ਕਰੋੜ ਰੁਪਏ ਇਕੱਲੇ ਬਜਟ ਦਾ ਸਿਰਫ ਵਿਆਜ ਅਦਾਇਗੀ ਵਿੱਚ ਜਾ ਰਿਹਾ ਵਾ। ਆ ਅੱਗੇ ਲਾਲ ਕਾਲਮ ਹੈਗੀ ਆ, ਇੱਧਰ ਆ ਗਈ ਇਹਦੀ ਰੀਪੇਮੈਂਟ ਆਫ ਪਬਲਿਕ ਡੈਟ ਐਕਸਕਲੂਡਿੰਗ ਵੇਜ਼ ਐਂਡ ਮੀਨਸ ਐਡਵਾਂਸਿਸ। ਜਿਹੜਾ ਪ੍ਰਿੰਸੀਪਲ ਅਮਾਊਂਟ ਦੇਣਾ ਕਰਜ਼ੇ ਦਾ ਉਹ ਜਾ ਰਿਹਾ ਹੈਗਾ ਵਾ 18,513 ਕਰੋੜ ਰੁਪਏ, ਯਾਨੀ ਕਿ 13% ਬਜਟ ਦਾ। ਇਸ ਤੋਂ ਅੱਗੇ ਆ ਗਿਆ ਕੈਪੀਟਲ ਐਕਸਪੈਂਡੀਚਰ, ਇਹ ਕਿੰਨਾ ਵਾ 14,134 ਕਰੋੜ, 10%। ਇਹ ਜਿਹੜਾ ਨੀਲਾ ਤੁਸੀਂ ਕਾਲਮ ਦੇਖ ਰਹੇ ਆ, ਇਹ ਕੈਪੀਟਲ ਐਕਸਪੈਂਡੀਚਰ ਹੁੰਦਾ ਵਾ। ਜਿਹੜੇ ਕੰਮ ਪੰਜਾਬ ਦੇ ਵਿੱਚ ਆਲਰੇਡੀ ਚੱਲ ਰਹੇ ਨੇ, ਸੜਕਾਂ, ਬਿਲਡਿੰਗਾਂ, ਦੂਜੇ ਤੀਜੇ, ਇਹ ਉਹਦੇ ਵਾਸਤੇ ਪੈਸਾ ਰੱਖਿਆ ਗਿਆ। ਇਹ ਕਰਪਸ਼ਨ ਦਾ ਹਿੱਸਾ ਥੋੜਾ ਬਹੁਤਾ ਆ ਸਕਦਾ। ਅੱਗੇ ਆ ਗਿਆ ਤੁਹਾਡਾ ਪੈਨਸ਼ਨ ਐਂਡ ਰਿਟਾਇਰਮੈਂਟ ਬੈਨੀਫਿਟਸ, ਪੈਨਸ਼ਨ ਅਤੇ ਸੇਵਾ ਨਿਵਰਤੀ ਲਾਭ। ਇਹ ਕਿੰਨਾ ਹੈਗਾ ਵਾ 11,767 ਕਰੋੜ ਰੁਪਈਆ, ਯਾਨੀ ਕਿ 9%। ਆ ਰੈੱਡ ਕਾਲਮ ਸਿਰਫ ਪੈਨਸ਼ਨਾਂ ਦੀ ਆ। ਆ ਨਿੱਕੀ ਜਿਹੀ ਇੱਕ ਬਲੂ ਕਾਲਮ ਹੈਗੀ ਆ ਐਡਵਾਂਸਸ ਆਫ ਲੋਨਸ, ਕਰਜ਼ੇ ਦੀਆਂ ਪੇਸ਼ਗੀਆਂ, ਇਹ ਸਿਰਫ 1% ਆ, 1,488 ਕਰੋੜ ਰੁਪਈਆ। ਆ ਬਹੁਤ ਵੱਡਾ ਖਰਚਾ ਆ ਗਿਆ ਅਦਰ ਰੈਵਨਿਊ ਐਕਸਪੈਂਡੀਚਰ, ਹੋਰ ਮਾਲ ਖਰਚੇ। ਇਹ ਜਿਹੜੇ ਖਰਚੇ ਪੰਜਾਬ ਸਰਕਾਰ ਦੇ, ਮਤਲਬ ਸੈਲਰੀਜ਼, ਪੈਨਸ਼ਨਸ, ਇਹਦੇ ਵਿੱਚ ਕਈ ਕੁਝ ਐਕਸ ਗ੍ਰੇਸ਼ੀਆ ਗ੍ਰਾਂਟਸ, ਕਈ ਕੁਝ ਆ ਜਾਂਦਾ। ਆ ਇੱਕ ਹੋਰ ਵੱਡਾ ਖਰਚਾ ਆ ਗਿਆ, ਇਹ ਆ ਤਾਂ 32% ਸੀਗਾ, 44,084 ਕਰੋੜ ਰੁਪਈਆ। ਆ ਗਿਆ ਇੱਕ ਹੋਰ ਸਭ ਤੋਂ ਅਗਲਾ ਵੱਡਾ ਖਰਚਾ, ਸੈਲਰੀਜ਼ ਐਂਡ ਵੇਜਸ ਇਨਕਲੂਡਿੰਗ ਗ੍ਰਾਂਟ ਇਨ ਏਡ ਸੈਲਰੀ। ਇਹ ਹੈਗਾ 27,714 ਕਰੋੜ, ਯਾਨੀ ਕਿ 20%।
ਹੁਣ ਮੈਂ ਤੁਹਾਨੂੰ ਅਗਲੀ ਇੱਕ ਪੇਜ ਤੇ ਹੋਰ ਲੈ ਕੇ ਜਾਣਾ ਚਾਹੁੰਦਾ ਇਸੇ ਬਜਟ ਡਾਕੂਮੈਂਟ ਵਿੱਚ। ਆ ਗਿਆ ਸਾਰਾ ਡਾਕੂਮੈਂਟ ਦਾ ਹਿੱਸਾ, ਤੁਸੀਂ ਦੇਖ ਸਕਦੇ ਹੋ ਇਹਦੇ ਤੇ। ਫਿਰ ਮੈਂ ਤੁਹਾਡੇ ਵੱਲੋਂ ਇੱਕ ਵਾਰੀ ਨਿਗਾਹ ਮਰਵਾਉਣਾ ਚਾਹੁੰਦਾ। ਆ ਗਿਆ ਸਕੀਮਸ ਓਬਲੀਕ ਪ੍ਰੋਜੈਕਟਸ ਆਊਟਲੇ, ਸਕੀਮਾਂ ਓਬਲੀਕ ਪ੍ਰੋਜੈਕਟ ਵੇਰਵਾ। ਇਹ ਪੈਸਾ ਹੈ ਜਿਹੜਾ ਪੰਜਾਬ ਦੇ ਵਿੱਚ ਕਿਸੇ ਵਿਕਾਸ ਵਾਸਤੇ ਖਰਚਾ ਜਾਣਾ, ਚਾਹੇ ਉਹ ਪਿੰਡੂ ਵਿਕਾਸ ਰਾਹੀਂ, ਆ ਦੇਖ ਲਓ ਖੇਤੀਬਾੜੀ ਅਤੇ ਸੰਬੰਧਿਤ ਸੇਵਾਵਾਂ। ਇਹ ਤੋਂ ਮੈਂ ਹੈਡ ਆਫ ਡਿਵੈਲਪਮੈਂਟ, ਇਹ ਡਿਵੈਲਪਮੈਂਟ ਲਈ ਪੈਸਾ ਰੱਖਿਆ ਹੈ। ਇਹ ਟੋਟਲ ਪੈਸਾ ਕਿੰਨਾ, ਇੱਧਰ ਨਿਗਾਹ ਮਾਰੋ ਇੱਥੇ, ਟੋਟਲ ਪੈਸਾ 31,586 ਕਰੋੜ ਰੁਪਈਆ ਵਾ। ਇਹਦੇ ਚ ਐਗਰੀਕਲਚਰ ਐਕਟੀਵਿਟੀਜ਼, ਰੂਰਲ ਡਿਵੈਲਪਮੈਂਟ, ਇਰੀਗੇਸ਼ਨ ਐਂਡ ਫਲੱਡ ਕੰਟਰੋਲ, ਐਨਰਜੀ, ਇੰਡਸਟਰੀਜ਼ ਐਂਡ ਮਿਨਰਲ, ਟਰਾਂਸਪੋਰਟ, ਸਾਇੰਸ ਐਂਡ ਟੈਕਨੋਲੋਜੀ, ਜਨਰਲ ਇਕਨੋਮਿਕ ਸਰਵਿਸਿਜ਼, ਸੋਸ਼ਲ ਸਰਵਿਸਿਜ਼। ਇਹ ਫਿਰ ਇੱਥੇ ਆਣ ਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਇਹ ਪੈਨਸ਼ਨਾਂ ਦਾ ਪੈਸਾ ਜਿਹੜਾ ਇੱਥੇ ਲਿਖਿਆ 19,640 ਕਰੋੜ ਰੁਪਈਆ, ਜੇ ਆਪਾਂ ਕੱਢ ਦਈਏ 31,000 ਕਰੋੜ ਚੋਂ ਤਾਂ ਇਹ 11,000 ਕਰੋੜ ਰੁਪਏ ਦਾ ਕੁੱਲ ਡਿਵੈਲਪਮੈਂਟ ਦਾ ਬਜਟ ਹੈ ਪੰਜਾਬ ਸਰਕਾਰ ਦੇ ਕੋਲ। ਮੈਂ ਤੁਹਾਨੂੰ ਫਿਰ ਸਾਦੇ ਸ਼ਬਦਾਂ 'ਚ ਕਹਿਣਾ ਚਾਹੁੰਦਾ ਕਿ ਆਹ ਬਜਟ ਦੇ ਡਾਕੂਮੈਂਟ ਹੈ। ਇਸ ਅਨੁਸਾਰ ਪੰਜਾਬ ਸਰਕਾਰ ਜਿਹੜੇ ਉਹਨਾਂ ਦੇ ਬਾਕੀ ਪੁਰਾਣੇ ਚੱਲੇ ਆਉਂਦੇ ਖਰਚੇ ਨੇ, ਤਨਖਾਹਾਂ, ਪੈਨਸ਼ਨਾਂ, ਵਿਆਜ ਦੀ ਅਦਾਇਗੀ, ਪ੍ਰਿੰਸੀਪਲ ਅਮਾਊਂਟ ਜਿਹੜਾ, ਕਿਉਂਕਿ ਆਪਣੇ ਤੇ 3.25 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ, ਲਗਭਗ 23, 24, 25,000 ਕਰੋੜ ਰੁਪਏ ਆਪਾਂ ਵਿਆਜ ਭਰਦੇ ਹਾਂ। ਸੋ ਬਜਟ ਵਿੱਚ ਤਾਂ ਪੈਸਾ ਹੀ ਡਿਵੈਲਪਮੈਂਟ ਵਾਸਤੇ ਬਹੁਤ ਸਾਰੇ ਸਾਲ ਵਿੱਚ ਜ਼ੋਰ ਲਾ ਕੇ 10-15,000 ਕਰੋੜ ਰੁਪਇਆ ਮੰਨ ਲਓ। ਤੇ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਮੈਂ ਬਜਟ ਵਿੱਚੋਂ 34,000 ਕਰੋੜ ਰੁਪਇਆ ਕੱਢ ਕੇ ਖਜ਼ਾਨੇ ਵਿੱਚ ਪਾ ਦੂੰਗਾ। ਕੀ ਇਹ ਗੈਰ ਜ਼ਿੰਮੇਵਾਰੀ ਸਟੇਟਮੈਂਟ ਨਹੀਂ ਸੀ? ਕਿਸੇ ਨੇ ਪੁੱਛਿਆ ਹੀ ਨਹੀਂ ਉਹਨਾਂ ਨੂੰ। ਇਲੈਕਸ਼ਨ ਵੀ ਇਸੇ ਸ਼ੋਰ ਵਿੱਚ ਲੰਘ ਗਈ, ਲਾਲਾ ਕਰਦੇ ਸਾਰੇ ਬਿਜ਼ੀ ਸੀਗੇ, ਇਲੈਕਸ਼ਨ ਲੰਘ ਗਈ। ਲੋਕਾਂ ਨੇ ਕਿਹਾ ਵੀ ਵਾਕਈ ਵੀ ਕੇਜਰੀਵਾਲ ਤਾਂ 34,000 ਕਰੋੜ ਰੁਪਈਆ ਝੱਟ ਕੱਢ ਦੂਗਾ ਬਜਟ ਵਿੱਚੋਂ, ਤੇ 20,000 ਕਰੋੜ ਰੁਪਈਆ ਉਹ ਕੱਢ ਦੂਗਾ ਗੈਰ ਕਾਨੂੰਨੀ ਮਾਈਨਿੰਗ ਤੋਂ, ਤੇ 54,000 ਕਰੋੜ ਰੁਪਏ ਦੇ ਨਾਲ ਉਹਨਾਂ ਨੇ ਆਪਣੀਆਂ ਗਰੰਟੀਆਂ ਜਿਹੜੀਆਂ ਪੂਰੀਆਂ ਕਰ ਲੈਣੀਆਂ। ਸਾਨੂੰ ਜਿਹੜੇ ਵਾਅਦੇ ਕੀਤੇ ਨੇ ਉਹ ਸਾਰੇ ਮਿਲ ਜਾਣੇ ਆ, 300 ਯੂਨਿਟ ਵੀ ਮਿਲ ਜਾਣੀ ਆ, ਜਿਹੜਾ ਸਾਨੂੰ 1,000 ਰੁਪਈਆ ਪ੍ਰਤੀ ਔਰਤ ਰੱਖਿਆ ਪੈਸਾ ਉਹ ਵੀ ਮਿਲ ਜਾਣਾ ਵਾ, ਸਾਡੇ ਕਿਸਾਨਾਂ ਦੇ ਕਰਜ਼ੇ ਵੀ ਮਾਫ ਹੋ ਜਾਣਗੇ, MSP ਵੀ ਦੇ ਦੇਵਾਂਗੇ। ਇਹ ਸਾਰੀਆਂ ਗੱਲਾਂ ਉਹਨਾਂ ਨੇ ਜਿਹੜੀਆਂ ਕਹੀਆਂ ਇਹ ਅਸਲ ਵਿੱਚ ਗਲਤ ਸੀਗੀਆਂ। ਮੈਂ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ, ਤੁਸੀਂ ਇੱਕ ਵਾਰੀ ਦਿੱਲੀ ਦਾ ਡਾਕੂਮੈਂਟ ਦਿਖਾ ਦਿਓ। ਹੋ ਸਕਦਾ ਉੱਥੇ ਡਿਵੈਲਪਮੈਂਟ ਵਾਸਤੇ ਜ਼ਿਆਦਾ ਪੈਸੇ ਹੋਣਗੇ, ਬਿਕੋਜ਼ ਉਹ ਰੈਵਨਿਊ ਸਰਪਲਸ ਸਟੇਟ ਆ, ਉਹਨਾਂ ਕੋਲ ਆਮਦਨ ਬਹੁਤ ਆ, 에ਅਰਪੋਰਟ ਆ, 7 ਸਟਾਰ ਹੋਟੇਲਸ ਆ, ਸਾਰੀ ਇੰਡਸਟਰੀ ਆ, ਸਾਰੇ ਇਨਕਮ ਟੈਕਸ ਦਿੰਦੇ ਨੇ, ਸਾਰੇ ਟੈਕਸ ਅਦਾ ਕਰਦੇ ਨੇ, GST ਦਿੰਦੇ ਨੇ, ਸੇਲ ਟੈਕਸ ਦਿੰਦੇ ਨੇ। ਪੰਜਾਬ ਦੇ ਵਿੱਚ ਬਹੁਤ ਹਾਲਾਤ ਡਿਫਰੈਂਟ ਨੇ। ਇਸ ਕਰਕੇ ਇੱਕ ਤਾਂ ਉਹਨਾਂ ਦਾ ਝੂਠ ਮੈਂ ਅੱਜ ਬੇਨਕਾਬ ਕੀਤਾ। ਦੂਸਰਾ, ਮਾਈਨਿੰਗ ਤੇ ਆਓ ਜ਼ਰਾ। ਮਾਈਨਿੰਗ ਬਾਰੇ ਉਹ ਕਹਿੰਦੇ ਨੇ ਜੀ 20,000 ਕਰੋੜ ਰੁਪਏ ਮੈਂ ਗੈਰ ਕਾਨੂੰਨੀ ਜਿਹੜਾ ਮਾਫੀਆ ਵਾ ਉਹ 20,000 ਕਰੋੜ ਰੁਪਏ ਲੁੱਟ ਰਿਹਾ। ਅੱਜ ਹੀ ਮੈਂ, ਵੈਸੇ ਤਾਂ ਸਾਰੇ ਬਜਟ ਡਾਕੂਮੈਂਟਸ ਵਿੱਚ ਵੀ ਹੈਗਾ, ਲੇਕਿਨ ਮੈਂ ਅੱਜ ਜਿਹੜੇ ਮਾਈਨਿੰਗ ਦੇ ਇੰਡਸਟਰੀਜ਼ ਐਂਡ ਮਾਈਨਿੰਗ ਡਿਪਾਰਟਮੈਂਟ ਦੇ ਜਿਹੜੇ ਸੈਕਟਰੀ ਨੇ, ਪ੍ਰਿੰਸੀਪਲ ਸੈਕਟਰੀ ਨੇ ਮਿਸਟਰ ਰਾਹੁਲ, ਉਹਨਾਂ ਦਾ ਨਾਮ ਹੈਗਾ ਵਾ ਰਾਹੁਲ ਭੰਡਾਰੀ, ਮੈਂ ਉਹਨਾਂ ਨੂੰ ਸਵੇਰੇ ਸਪੈਸ਼ਲ ਕਾਲ ਕੀਤੀ। ਮੈਂ ਕਿਹਾ ਮੈਨੂੰ ਦੱਸਿਓ ਕਿ ਪਿਛਲੇ ਕੁਝ ਸਾਲਾਂ ਤੋਂ ਆਪਾਂ ਨੂੰ ਰੇਤਾ ਬਜਰੀ ਦੀਆਂ ਜਿਹੜੀਆਂ ਖੱਡਾਂ ਨੇ ਇਹਦੀ ਆਕਸ਼ਨ ਵਿੱਚੋਂ ਕਿੰਨੇ ਪੈਸੇ ਆਉਂਦੇ ਨੇ, ਕਿਉਂਕਿ ਮੈਨੂੰ ਥੋੜੀ ਜਿਹੀ ਇਨਫੋਰਮੇਸ਼ਨ ਗਲਤ ਸੀਗੀ। ਮੈਂ ਸਮਝਦਾ ਸੀ 1,000 ਕਰੋੜ ਰੁਪਏ ਦੀ ਆਕਸ਼ਨ ਹੁੰਦੀ ਹੈ। ਕਿਤੇ ਗੂਗਲ ਤੇ ਸਰਚ ਕੀਤਾ, ਉਹਦੇ ਤੇ ਆਇਆ ਜੀ 2017 ਚ ਕਿ 1,000 ਕਰੋੜ ਦੀਆਂ 99 ਖੱਡਾਂ ਆਕਸ਼ਨ ਹੋਣੀ, 89 ਮਾਈਨਿੰਗ ਸਾਈਟਸ। ਉਹਨਾਂ ਨੇ ਕਿਹਾ ਕਿ ਸਰਾਸਰ ਗਲਤ ਹੈ ਜੀ, ਇਹ ਸ਼ਾਇਦ ਕਿਉਂ ਇਦਾਂ ਫਿਗਰ ਆ ਗਈ, ਪੰਜਾਬ ਨੂੰ ਇੰਨੀ ਕਦੀ ਕਮਾਈ ਹੋਈ ਨਹੀਂ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਪਿਛਲੀ ਸਾਲ ਸਭ ਤੋਂ ਜ਼ਿਆਦਾ ਪੰਜਾਬ ਨੂੰ ਪਿਛਲੇ ਸਾਲਾਂ 'ਚ ਅਗਰ ਕਮਾਈ ਹੋਈ ਤਾਂ 2021 ਵਿੱਚ ਹੋਈ ਹੈ। ਉਹ ਕਿੰਨੀ ਕਮਾਈ ਹੋਈ ਆ? ਸਿਰਫ 330 ਕਰੋੜ ਰੁਪਇਆ ਦੋਸਤੋ, ਸਿਰਫ 330 ਕਰੋੜ ਰੁਪਇਆ। ਔਰ ਇਸ ਕਮਾਈ ਵਿੱਚ ਉਹਨਾਂ ਨੇ 7 ਕਲਸਟਰਸ ਬਣਾਏ। 7 ਕਲਸਟਰਸ ਵਿੱਚ ਉਹਨਾਂ ਨੇ ਸਾਰੇ ਮਾਈਨਿੰਗ ਡਿਪਾਰਟਮੈਂਟ ਨੂੰ ਵੰਡ ਕੇ 7 ਕਲਸਟਰਸ ਨੂੰ ਜਦੋਂ ਆਕਸ਼ਨ ਕੀਤਾ ਤਾਂ 330 ਕਰੋੜ ਰੁਪਏ। ਪਰ ਜਦੋਂ ਚੰਨੀ ਸਰਕਾਰ ਬਣੀ, ਜਦੋਂ ਉਹਨਾਂ ਨੇ ਰੇਤਾ ਬਜਰੀ ਦੇ ਰੇਟ ਘਟਾਏ ਕਿ ਮੈਂ 5.5 ਰੁਪਏ ਫੁੱਟ ਹੀ ਦਊਂਗਾ ਰੇਤਾ, ਹਰ ਇੱਕ ਨੂੰ ਦਊਂ ਗਰੀਬ ਬੰਦੇ ਨੂੰ, ਤਾਂ ਫਿਰ ਉਹਨਾਂ ਨੇ ਕਿਹਾ ਸਾਡਾ 330 ਕਰੋੜ ਦੀ ਬਜਾਏ ਇਹ ਹੁਣ ਰੈਵਨਿਊ ਜਿਹੜੀ ਪੰਜਾਬ ਸਰਕਾਰ ਨੂੰ ਇਕੱਠੀ ਹੋਵੇ ਸਿਰਫ 95 ਕਰੋੜ ਹੈ, ਸਿਰਫ 95 ਕਰੋੜ। ਤੇ ਕੇਜਰੀਵਾਲ ਸਾਹਿਬ ਕਹਿੰਦੇ ਮੈਂ 20,000 ਕਰੋੜ ਰੁਪਏ ਕੱਢੂਗਾ ਇਹਦੇ ਵਿੱਚੋਂ। ਜੇ 20,000 ਕਰੋੜ ਦੀਆਂ ਆਕਸ਼ਨ ਹੋਣਗੀਆਂ ਖੱਡਾਂ, ਤੇ ਲਾਓ ਅੰਦਾਜ਼ਾ ਕਿ ਤੁਹਾਨੂੰ ਰੇਤਾ ਬਜਰੀ ਤੇ ਜਿਹੜਾ ਹੈ ਗ੍ਰੈਵਲ ਕੰਸਟਰਕਸ਼ਨ ਮਟੀਰੀਅਲ ਉਹ ਤੁਹਾਨੂੰ ਕਿੰਨਾ ਮਹਿੰਗਾ ਮਿਲੇਗਾ। ਇਹਦਾ ਅੰਦਾਜ਼ਾ ਤਾਂ ਲਾਓ ਜਰਾ ਮਾੜਾ ਜਿਹਾ। ਅਕਸਰ ਜੇ ਅਸੀਂ ਸਟੇਟ ਤੋਂ ਰੈਵਨਿਊ ਵਧਾਵਾਂਗੇ, ਅਸੀਂ ਜਿੱਦਾਂ ਨਿਲਾਮੀ ਕਰਕੇ ਜ਼ਿਆਦਾ ਪੈਸੇ ਪੰਜਾਬ ਸਰਕਾਰ ਖਿੱਚੇਗੀ ਤਾਂ ਸਮਾਨ ਮਹਿੰਗਾ ਹੀ ਮਿਲੂਗਾ ਨਾ, ਆਪਾਂ ਨੂੰ ਸਸਤਾ ਤਾਂ ਮਿਲ ਨਹੀਂ ਸਕਦਾ। ਅੱਜ 330 ਕਰੋੜ ਤੋਂ ਜ਼ਿਆਦਾ ਆਮਦਨ ਨਹੀਂ ਹੋਈ ਮਾਈਨਿੰਗ ਚੋਂ ਪੰਜਾਬ ਨੂੰ ਕਦੇ ਵੀ। ਉਹਦੇ ਚੋਂ ਹੁਣ ਜਦੋਂ ਚੰਨੀ ਸਰਕਾਰ ਨੇ ਕਿਹਾ ਕਿ ਅਸੀਂ ਸਸਤੀ ਰੇਤਾ ਬਜਰੀ ਦੇਵਾਂਗੇ, ਹੁਣ ਉਹਦੀ ਆਮਦਨ ਐਕਸਪੈਕਟਡ ਅਕੋਰਡਿੰਗ ਟੂ ਦ ਪ੍ਰਿੰਸੀਪਲ ਸੈਕਟਰੀ ਸਿਰਫ 95 ਕਰੋੜ ਰੁਪਇਆ ਸਾਲ ਦਾ ਇਕਰੂ ਹੋਵੇਗਾ। ਕਿੱਥੇ ਯਾਰ 20,000 ਕਰੋੜ ਦਾ ਗੱਪ, ਕਿੱਥੇ ਅਸਲ ਵਿੱਚ 300 ਕਰੋੜ, ਚਲੋ 330 ਕਰੋੜ ਮੰਨ ਕੇ ਚਲੋ, 500 ਕਰੋੜ ਲਾਓ ਜੀ, ਕਿੱਥੇ 500
ਤੇ ਕਿੱਥੇ 20,000, ਇਹਦਾ ਮਤਲਬ 19,500 ਕਰੋੜ ਰੁਪਏ ਦਾ ਝੂਠ ਕੇਜਰੀਵਾਲ ਸਾਹਿਬ ਤੁਸੀਂ ਬੋਲਿਆ ਲੋਕਾਂ ਨੂੰ, ਤਾਂ ਹੀ ਉਹ ਤੁਹਾਨੂੰ ਹੁਣ ਮੁਸ਼ਕਲ ਆ ਰਹੀ, ਤੁਸੀਂ ਬਿਜਲੀ ਨਹੀਂ ਦੇ ਸਕਦੇ। ਔਰ ਬਿਜਲੀ ਦਾ ਵੀ ਸੁਣ ਲਓ ਤੁਸੀਂ, 27 ਲੱਖ ਬੰਦਾ ਪੰਜਾਬ ਦੇ ਵਿੱਚ 200 ਯੂਨਿਟ ਆਲਰੇਡੀ ਫ੍ਰੀ ਮਿਲ ਰਹੀ ਹੈ ਉਹਨਾਂ ਨੂੰ। ਕੋਈ ਨਵੀਂ ਗੱਲ ਨਹੀਂ ਕਹਿਣ ਜਾ ਰਹੇ, ਕਹਿੰਦੇ ਇਤਿਹਾਸਕ ਫੈਸਲਾ ਆ ਰਿਹਾ 16 ਅਪ੍ਰੈਲ ਨੂੰ। ਕਿੱਡਾ ਕਿ ਇਤਿਹਾਸਕ ਆ, 200 ਦੀ ਬਜਾਏ ਹੁਣ 300 ਯੂਨਿਟ ਦੇਣਗੇ। ਪਰ ਇਹਦੇ ਸ਼ਰਾਰਤ ਆ ਇੱਕ ਦਿੱਲੀ ਸਰਕਾਰ ਨੇ ਜਿਹੜੀ ਕੇਜਰੀਵਾਲ ਨੇ ਉੱਥੇ ਕਹੀ ਹੈ, ਜਿਹੜੀ ਲੋਕਾਂ ਦੀ ਡੋਮੇਨ 'ਚ ਆ ਚੁੱਕੀ। ਉਹ ਕਹਿੰਦੇ ਜੇ 301 ਯੂਨਿਟ ਵੀ ਕਿਸੇ ਨੇ ਖਰਚ ਕਰਤੀ ਨਾ ਤੇ ਫਿਰ ਫੁੱਲ ਬਿੱਲ ਆਵੇਗਾ। ਹੁਣ ਤਾਂ ਕੀ ਹੋ ਰਿਹਾ ਕਿ 27 ਲੱਖ ਜਿਹੜਾ ਕੰਜ਼ਿਊਮਰ ਆ ਪੰਜਾਬ ਪਰਿਵਾਰ, ਉਹਨੂੰ 200 ਯੂਨਿਟ ਮਾਫ ਕਰਕੇ ਅਗਲਾ ਬਿੱਲ ਲੈਂਦੀ ਹੈ ਪੰਜਾਬ ਸਰਕਾਰ। ਤੇ ਜੇ 301 ਵੀ ਹੋਗੀ ਤੇ ਫਿਰ ਆਊਗਾ ਬਿੱਲ 500 ਯੂਨਿਟ, 600 ਯੂਨਿਟ, 700 ਯੂਨਿਟ, ਫੁੱਲ ਰੇਟ ਲੱਗੇਗਾ। ਇਸ ਲਈ ਮੇਰੇ ਦੋਸਤੋ, ਸਤਿਕਾਰਯੋਗ ਪੰਜਾਬ ਦੇ ਵਸਿੰਦਿਓ, ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਕੁਛ ਐਵੇਂ ਜਿੱਦਾਂ ਮੋਦੀ ਦੇ ਅੰਨੇ ਭਗਤ ਹੋਏ ਹੋਏ ਨਾ, ਐਵੇਂ ਅੰਧ ਵਿਸ਼ਵਾਸ ਵਿੱਚ ਧਰਮ ਦੀ ਉਹਨਾਂ ਦੇ ਚਾਦਰ ਪੈ ਗਈ ਮੋਹਰੇ, ਇੱਦਾਂ ਕੁਛ ਲੋਕ ਆਮ ਆਦਮੀ ਪਾਰਟੀ ਦੇ ਅੰਨੇ ਭਗਤ ਹੋਏ ਹੋਏ ਨੇ। ਭਗਤੀ ਕਰੋ, ਰਿਸਪੈਕਟ ਕਰੋ, ਭਗਤੀ ਨਾ ਕਰੋ। ਇਹ ਕੋਈ ਖੁਦਾ, ਕੋਈ ਰੱਬ ਨਹੀਂ ਗੇ ਇਹ ਲੋਕ, ਇਹ ਆਪਣੇ ਵਾਂਗੂ ਤੁਹਾਡੇ ਵਾਂਗੂ ਬਿਲਕੁਲ ਬੰਦੇ ਨੇ। ਉਹਨਾਂ ਦੀ ਰਿਸਪੈਕਟ ਕਰੋ। ਜਿਹੜਾ ਚੰਗਾ ਫੈਸਲਾ ਕਰਦੇ, ਮੈਂ ਕਿਹਾ ਉਹਨਾਂ ਨੂੰ ਕਿ ਜਿਹੜਾ ਚੰਗਾ ਫੈਸਲਾ ਕਰੋਗੇ ਤੁਹਾਡੀ ਸਪੋਰਟ ਕਰਾਂਗੇ ਅਸੀਂ। ਇਹਨਾਂ ਨੇ 122 ਬੰਦਿਆਂ ਦੀ ਸਿਕਿਉਰਿਟੀ ਵਾਪਸ ਲਈ, ਅਸੀਂ ਵੈਲਕਮ ਕੀਤਾ। ਇਹਨਾਂ ਨੇ ਮਲਟੀਪਲ ਪੈਨਸ਼ਨਸ ਖਤਮ ਕੀਤੀਆਂ, ਮੈਂ ਸਵਾਗਤ ਕੀਤਾ। ਪਰ ਹੁਣ ਉਹਦਾ ਪਰਦਾਫਾਸ਼ ਸਿਕਿਉਰਿਟੀ ਦਾ ਵੀ ਹੋ ਗਿਆ। ਹੁਣ ਕੇਜਰੀਵਾਲ ਸਾਹਿਬ ਕਿੰਨੀ ਲੈ ਗਏ ਸਿਕਿਉਰਿਟੀ? 182 ਬੰਦੇ ਉਹਨਾਂ ਦੇ ਕੋਲ ਸਿਕਿਉਰਿਟੀ। ਇਦਾਂ ਆਮ ਆਦਮੀ ਜੀਂਦੇ ਹੁੰਦੇ ਜ਼ਿੰਦਗੀ 'ਚ। ਕਹਿੰਦੇ ਸੀ ਅਸੀਂ ਸਾਈਕਲ ਤੇ ਆਇਆ ਕਰਾਂਗੇ, ਅਸੀਂ ਤਾਂ ਰਿਕਸ਼ੇ ਤੇ ਜਾਇਆ ਕਰਾਂਗੇ, ਅਸੀਂ ਤਾਂ ਕੋਠੀ ਵੀ ਨਹੀਂ ਲਵਾਂਗੇ। 182 ਬੰਦੇ ਸਿਕਿਉਰਿਟੀ ਦੇ ਕੇਜਰੀਵਾਲ ਨੇ। ਉਹਨਾਂ ਚੋਂ 90 ਬੰਦੇ ਪੰਜਾਬ ਦੇ ਕਮਾਂਡੋਜ਼ ਗਏ ਨੇ। ਪੰਜਾਬ ਦੇ ਬੰਦੇ ਕਿਉਂ ਜਾਣ ਉੱਥੇ ਦਿੱਲੀ? ਪੰਜਾਬ ਦਾ ਹੈਲੀਕਾਪਟਰ ਤੁਹਾਡੇ ਉੱਥੇ ਹਿਮਾਚਲ ਵਿੱਚ ਜਾਂ ਗੁਜਰਾਤ ਵਿੱਚ ਕਿਉਂ ਜਾਵੇ? ਉਹ ਸਾਡਾ ਪੈਸਾ, ਪੰਜਾਬ ਦੇ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਨਾਲ ਜੋ ਟੈਕਸ ਅਦਾ ਕਰਦੇ ਸਾਡੇ ਖਜ਼ਾਨੇ ਵਿੱਚ, ਜਿਹੜਾ ਖਜ਼ਾਨੇ ਦੀ ਕਹਿੰਦੇ ਕਿ ਮੈਂ ਭ੍ਰਿਸ਼ਟਾਚਾਰ ਬੰਦ ਕਰਨਾ ਵਾ, ਉਹ ਕਿਉਂ ਜਾਵੇ ਸਾਡਾ ਹੈਲੀਕਾਪਟਰ ਉੱਥੇ ਉੱਡ ਕੇ? ਸੋ ਇਸ ਲਈ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਹਰ ਗੱਲ ਦੇ ਉੱਤੇ ਕੋਈ ਤੁਹਾਡੀ ਨੁਕਤਾਚੀਨੀ ਕਰ ਰਿਹਾ, ਪਰ ਗਲਤ ਮਤ ਬਿਆਨੀ ਕਰੋ ਤੁਸੀਂ। ਏਡੇ ਰਿਸਪੌਂਸਿਬਲ ਕੋਈ ਐਵੇਂ ਗੈਰ ਜ਼ਿੰਮੇਵਾਰ ਬੰਦਾ ਤੁਰਿਆ ਜਾਂਦੇ ਕਹਿ ਦੇ ਕਿ ਮੈਂ 54,000 ਕੱਢ ਦੂੰਗਾ, 20,000 ਕੱਢ ਦੂੰ ਮੈਂ ਮਾਈਨਿੰਗ ਤੋਂ, 34,000 ਕੱਢ ਦੂੰ ਮੈਂ ਕਰਪਸ਼ਨ ਚੋਂ। ਹਾਂ, ਕਰਪਸ਼ਨ ਰੁਕੇਗੀ ਜੇ ਤੁਸੀਂ ਕਰਪਸ਼ਨ ਰੋਕਣਾ ਚਾਹੁੰਦੇ ਹੋ, ਉਹਦੇ ਚੋਂ ਪੈਸੇ ਬਚਣਗੇ, ਪਰ ਉਹ ਖਜ਼ਾਨੇ 'ਚ ਥੋੜ੍ਹਾ ਜਾਣਗੇ। ਉਹ ਤਾਂ ਜਿਹੜੇ ਲੋਕ ਪੈਸੇ ਇੰਡੀਵਿਜੂਅਲਸ ਅਫਸਰਾਂ ਨੂੰ ਕਰਪਸ਼ਨ ਦਿੰਦੇ ਨੇ, ਕਰਪਟ ਅਫਸਰਸ ਨੂੰ ਦਿੰਦੇ ਨੇ, ਉਹ ਤਾਂ ਫਿਰ ਪੈਸਾ ਉਹਨਾਂ ਦੀ ਜੇਬਾਂ ਵਿੱਚ ਵਾਪਸ ਜਾਵੇਗਾ। ਬਹੁਤ ਚੰਗੀ ਗੱਲ ਹੈ, ਉਹ ਹੋਣਾ ਚਾਹੀਦਾ, ਕਰਪਸ਼ਨ ਬੰਦ ਹੋਣੀ ਚਾਹੀਦੀ ਹੈ। ਪਰ ਉਹਨੂੰ ਤੁਸੀਂ ਇਦਾਂ ਨਾ ਗਿਣੋ ਕਿ ਉਹ ਪੈਸਾ ਵੀ ਖਜ਼ਾਨੇ 'ਚ ਚਲ ਜਾਏਗਾ। ਫਰਜ਼ ਕਰੋ ਮੈਂ ਕੋਈ ਕੰਮ ਕਰਾਉਣ ਗਿਆ, ਮੇਰੇ ਕੋਲ ਕਿਸੇ ਨੇ 5 ਲੱਖ ਰੁਪਇਆ ਰਿਸ਼ਵਤ ਮੰਗੀ, ਤੁਸੀਂ ਉਹ ਮੇਰਾ ਬਚਾਅ ਕਰਤਾ, ਸਰਕਾਰ ਤਕੜੀ ਹੋ ਗਈ, ਕਰਪਸ਼ਨ ਰੁਕ ਗਈ ਤੇ ਤੁਸੀਂ ਬਚਾਅ ਕਰਤਾ, ਪਰ ਉਹ 5 ਲੱਖ ਤਾਂ ਮੇਰੇ ਖਾਤੇ 'ਚ ਹੀ ਜਾਣਾ ਨਾ, ਉਹ ਸਰਕਾਰ ਦੇ ਖਜ਼ਾਨੇ 'ਚ ਨਹੀਂ ਜਾਣਾ। ਔਰ ਕਰਪਸ਼ਨ ਤੇ ਵੀ ਅਗੇਨ ਹਰ ਗੱਲ ਦੇ ਉੱਤੇ ਇਸ਼ੂ ਆ। ਇਹਨਾਂ ਨੇ ਬਿਆਨ ਦਿੱਤਾ ਗੁਜਰਾਤ 'ਚੋਂ ਜਾ ਕੇ ਕਿ ਭਗਵੰਤ ਮਾਨ ਨੇ 10 ਦਿਨ ਵਿੱਚ ਪੰਜਾਬ ਵਿੱਚ ਕਰਪਸ਼ਨ ਖਤਮ ਕਰਤੀ। ਦੋਸਤੋ, ਇਹ ਏਡਾ ਵੱਡਾ ਇੱਕ ਚੇਨ ਬਣੀ ਹੋਈ ਆ, ਏਡੀਆਂ ਡੂੰਘੀਆਂ ਜੜ੍ਹਾਂ ਨੇ ਕਰਪਸ਼ਨ ਦੀਆਂ। 3 ਲੱਖ ਕੰਪਲੇਂਟ ਪੈਂਡਿੰਗ ਪਈ ਆ, 3 ਤੋਂ ਜ਼ਿਆਦਾ ਹੋ ਗਈ ਹੋਣੀ ਪਿਛਲੇ ਕੁਝ ਦਿਨਾਂ ਤੋਂ। ਇਹਨਾਂ ਜਿਹੜਾ ਐਂਟੀ ਕਰਪਸ਼ਨ ਨੰਬਰ ਸੀਗਾ, ਕਿੰਨੀਆਂ ਸੋਲਵ ਕੀਤੀਆਂ ਇਹਨਾਂ ਨੇ? ਕਿੰਨੇ ਪਰਚੇ ਦਰਜ ਕੀਤੇ ਨੇ? 3। ਕਿੰਨੀਆਂ 2 ਲੱਖ ਪਤਾ ਨਹੀਂ 99,000 ਤੇ ਜਿੰਨੀਆਂ ਵੀ ਬਾਕੀ ਹੈਗੀਆਂ ਕੰਪਲੇਂਟਸ, ਉਹ ਹਲੇ ਉਦਾਂ ਜਿਉਂਦੀਆਂ ਤਿਉਂ ਪੈਂਡਿੰਗ ਆ। ਹਾਂ, ਡਰ ਆਇਆ ਅਫਸਰਾਂ ਵਿੱਚ, ਉਹ ਥੋੜੇ ਘਬਰਾਉਣਗੇ। ਪਰ ਜੇ ਆਪਾਂ ਉਹੀ ਅਫਸਰ ਮਾਲਵੇ ਚੋਂ ਚੱਕ ਕੇ ਦੁਆਬੇ ਚ ਲਾਤੇ, ਦੁਆਬੇ ਵਾਲੇ ਚੱਕ ਕੇ ਮਾਝੇ ਚ ਲਾਤੇ, ਅਦਲਾ ਬਦਲੀ ਕੀਤੀ, ਇਮਾਨਦਾਰ ਅਫਸਰਸ ਨੂੰ ਬਾਹਰ ਨਾ ਲੈ ਕੇ ਆਏ, ਤੇ ਕਰਪਸ਼ਨ ਹੌਲੀ ਹੌਲੀ ਪੰਜਾਬ ਦੇ ਵਿੱਚ ਜਿਉਂ ਦੀ ਤਿਉਂ ਬਰਕਰਾਰ ਹੋ ਜਾਏਗੀ। ਪਰ ਅੱਜ ਦਾ ਜਿਹੜਾ ਮੇਰਾ ਮਕਸਦ ਸਿਰਫ ਤੇ ਸਿਰਫ ਸੀਗਾ ਕਿ ਅਰਵਿੰਦ ਕੇਜਰੀਵਾਲ ਵਰਗੇ ਰਿਸਪੌਂਸਿਬਲ ਬੰਦੇ ਨੂੰ 2 ਗੱਲਾਂ ਜਿਹੜੀਆਂ ਕਹੀਆਂ, ਉਹਦਾ ਜਵਾਬ ਹੁਣ ਉਹਨਾਂ ਨੂੰ ਤਰਕ ਨਾ ਦੇਣਾ ਚਾਹੀਦਾ। ਐਵੇਂ ਗੁੱਸੇ 'ਚ ਨਹੀਂ ਦੇਣਾ ਚਾਹੀਦਾ ਕਿ ਇਹ ਕੌਣ ਹੈ, ਇਹ ਹਮ ਖੈਰੇ ਕੋ तो जानते नहीं हैं, ये तो पता नहीं कौन है, ये तो गद्दार है, ये सिर्फ ये कर दिया। ਮੇਰੀ ਤਰਕ ਨਾਲ ਜਵਾਬ ਦੇ ਦਿਓ। ਤੁਸੀਂ 20,000 ਕਰੋੜ ਰੁਪਇਆ ਮਾਈਨਿੰਗ 'ਚੋਂ ਕੱਢ ਕੇ ਦਿਖਾ ਦਿਓ ਮੈਨੂੰ, ਛੱਡ ਦਿਆਂਗੇ ਸਭ ਕੁਝ। ਅਗਰ ਤੁਸੀਂ 20,000 ਕਰੋੜ ਰੁਪਇਆ ਇਕੱਲੇ ਮਾਈਨਿੰਗ ਦੇ ਵਿੱਚੋਂ ਆਕਸ਼ਨ 'ਚੋਂ ਕੱਢ ਕੇ ਤੇ ਪੰਜਾਬ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਦਿਓ। ਮਾਫੀਆ ਹੈਗਾ ਵਾ, ਲੁੱਟਦਾ ਵੀ ਆ, ਪਰ ਪਹਿਲਾਂ ਉਹਨਾਂ ਨੂੰ ਫੜੋ। ਲਿਸਟ ਜਾਰੀ ਕਰੋ ਕਿ ਪਿਛਲੇ 10 ਸਾਲਾਂ ਵਿੱਚ ਕਿਹੜੇ ਬੰਦਿਆਂ ਨੇ ਲੁੱਟਿਆ ਪੰਜਾਬ ਨੂੰ, ਚਾਹੇ ਉਹ ਕਾਂਗਰਸ ਦੇ ਸੀ, ਚਾਹੇ ਉਹ ਅਕਾਲੀ ਦਲ ਦੇ ਸੀ, ਚਾਹੇ ਕਿਸੇ ਪਾਰਟੀ ਦੇ। ਤੁਹਾਡੇ ਆਪਣੀ ਪਾਰਟੀ ਦਾ ਵੀ ਉਹ ਸੰਦੋਇਆ ਹੁੰਦਾ ਸੀ, ਉਹਦੇ ਜੁੱਤੀਆਂ ਪਈਆਂ ਸੀ ਉੱਥੇ ਰੋਪੜ ਦੀਆਂ ਖੱਡਾਂ ਵਿੱਚ, ਉਹਦਾ ਵੀ ਨਾਮ ਛਾਇਆ ਕਰੋ, ਅਫਸਰਾਂ ਦਾ ਛਾਇਆ ਕਰੋ, ਮਾਫੀਆ ਦਾ ਛਾਇਆ ਕਰੋ। ਪਰ ਜਿਹੜੀ ਮੇਨ ਵੱਡੀ ਜਿਹੜੀ ਅੱਜ ਮੈਂ ਪਰਦਾਫਾਸ਼ ਕੀਤਾ, ਝੂਠ ਜਿਹੜਾ ਇਹਨਾਂ ਦਾ ਉਜਾਗਰ ਕੀਤਾ, 1,70,000 ਕਰੋੜ ਦਾ ਬਜਟ ਸਾਲ ਦਾ, ਜਿਹਦੇ ਚੋਂ ਡਿਵੈਲਪਮੈਂਟ ਲਈ 15, 18, 20,000, ਚਲੋ 30,000 ਲਾ ਲਓ। 30,000 ਕਰੋੜ ਚੋਂ ਜੇ ਤੁਸੀਂ ਕਹਿੰਦੇ ਕਿ ਮੈਂ 20% ਕਮਿਸ਼ਨ ਰੋਕਣੀ, ਤਾਂ ਫਿਰ 6,000 ਕਰੋੜ ਰੁਪਈਆ ਬਣਿਆ ਸਿਰਫ। ਫਿਰ 34,000 ਕਰੋੜ ਤਾਂ ਬਣਿਆ ਨਹੀਂਗਾ ਉਹ, ਕਿਉਂਕਿ ਸਾਰਾ ਕਮਿਟਡ ਐਕਸਪੈਂਡੀਚਰ ਆ, ਕੈਪੀਟਲ ਐਕਸਪੈਂਡੀਚਰ ਆ, ਰੈਵਨਿਊ ਐਕਸਪੈਂਡੀਚਰ ਆ। ਉਹ ਫਿਕਸਡ ਗੱਲਾਂ ਨੇ, ਤਨਖਾਹਾਂ, ਪੈਨਸ਼ਨਾਂ, ਐਕਸਗ੍ਰੇਸ਼ੀਆ, ਜੋ ਕਰਜ਼ੇ ਦਾ ਕਿਸ਼ਤ ਜਾਂਦੀ, ਜੋ ਕਰਜ਼ੇ ਦਾ ਵਿਆਜ ਜਾਂਦਾ, ਜੋ ਆਪਣੇ ਪੁਰਾਣੇ ਕੰਮ ਚੱਲ ਰਹੇ ਨੇ ਉਹਨਾਂ ਦੀ ਅਦਾਇਗੀ ਵਾਸਤੇ ਜਿਹੜਾ ਅਦਰ ਰੈਵਨਿਊ ਐਕਸਪੈਂਡੀਚਰ ਆ,
ਇਸ ਕਰਕੇ ਅੱਜ ਦਾ ਮੇਰਾ ਮਕਸਦ ਇੰਨਾ ਹੀ ਸੀਗਾ। ਮੇਰੀ ਸਾਰਿਆਂ ਨੂੰ ਅਪੀਲ ਹੈ, ਮੈਨੂੰ ਪਤਾ ਤੁਸੀਂ ਕੁਝ ਲੋਕ ਬਹੁਤ ਗਿਲਾ ਕਰਦੇ ਹੋਣਗੇ, ਮਾੜਾ ਚੰਗਾ ਵੀ ਲਿਖਦੇ ਨੇ। ਜਿਹੜੇ ਲੋਕ ਮਾੜਾ ਲਿਖਦੇ ਨੇ, ਮੈਨੂੰ ਤਾਂ ਕੁਝ ਨਹੀਂ ਜਾਂਦਾ। ਤੁਹਾਡੀਆਂ ਧੀਆਂ ਭੈਣਾਂ ਪੜ੍ਹਦੀਆਂ ਹੋਣੀਆਂ, ਉਹ ਕਹਿੰਦੀਆਂ ਹੋਣੀਆਂ ਕਿ ਸਾਡਾ ਭਰਾ ਤੇ ਸਾਡਾ ਪਿਓ ਤੇ ਸਾਡਾ ਬੱਚਾ ਐਡਾ ਇਹਦਾ ਕੋਈ ਅਖਲਾਕ ਹੀ ਹੈ ਨਹੀਂਗਾ, ਇਹਨੂੰ ਕੋਈ ਸੰਸਕਾਰ ਹੀ ਨਹੀਂ ਮਿਲੇ ਹੈਗੇ। ਇਹ ਸੋਸ਼ਲ ਮੀਡੀਆ ਦੇ ਉੱਤੇ ਪੋਲੀਟੀਕਲ ਪਲੇਟਫਾਰਮ ਦੇ ਉੱਤੇ ਗਾਲਾਂ ਕੱਢ ਰਿਹਾ ਵਾ, ਗੰਦੀ ਭਾਸ਼ਾ ਵਰਤ ਰਿਹਾ ਵਾ। ਇਹ ਤਾਂ ਤੁਹਾਡੇ ਸੰਸਕਾਰ, ਤੁਹਾਨੂੰ ਤੁਹਾਡੇ ਆਪਣੇ ਟੱਬਰ ਵਾਲਿਆਂ ਨੇ ਤੁਹਾਡੇ ਦੇਖ ਲੈਣੇ ਨੇ ਤੇ ਤੁਹਾਡੇ ਰਿਸ਼ਤੇਦਾਰਾਂ ਨੇ ਦੇਖ ਲੈਣੇ। ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਜੋ ਗੱਲ ਕਹਿਣੀ ਆ ਉਹ ਕਹਿ ਕੇ ਹਟਣੀ ਆ। ਇਸ ਲਈ ਅੱਜ ਦਾ ਮੇਰਾ ਮਕਸਦ ਇਹ ਸੀਗਾ। ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਸ਼ੇਅਰ ਕਰ ਦਿਓ, ਮਾੜਾ ਲੱਗਿਆ ਤਾਂ ਆਈ ਕੈਨ ਨਾਟ ਹੈਲਪ ਇਟ ਬਿਕੋਜ਼ ਆਈ ਹੈਵ ਟੂ ਸਪੀਕ ਦ ਟਰੂਥ ਫॉर द स्टेट ऑफ पंजाब। ਧੰਨਵਾਦ, ਬਹੁਤ ਬਹੁਤ ਸ਼ੁਕਰੀਆ।